ਹਲਕਾ ਵੈਸਟ ਕਾਂਗਰਸ ਦਾ ਗੜ ਹੈ, ਕਿਵੇਂ ਸੇਂਧ ਲਾਓਗੇ? ਵੇਖੋ ਜੀ, ਕਾਂਗਰਸ ਨੇ ਕੋਈ ਇਹ ਵਿਰਾਸਤ ਵਿੱਚ ਨਹੀਂ ਮਿਲਿਆ। ਕਾਂਗਰਸ ਨੂੰ ਇਹ ਲੋਕਤੰਤਰ ਆ, ਲੋਕਾਂ ਦੀ ਸਰਕਾਰ ਆ, ਲੋਕੀ ਹੀ ਬਣਾਉਂਦੇ ਆ। ਜੇ ਕੈਪਟਨ ਦੀ ਸਰਕਾਰ ਸੀ, ਕੈਪਟਨ ਨੇ ਰਾਜ ਕੀਤਾ, ਜੇ ਕੈਪਟਨ ਨੇ ਚੰਗੇ ਕੰਮ ਨਹੀਂ ਕੀਤੇ ਤਾਂ ਉਹਨੂੰ ਆਪਣੀ ਕੁਰਸੀ ਤੋਂ ਵੀ ਹੱਥ ਧੋਣੇ ਪਏ। ਆਪਾਂ ਕਿੱਥੇ ਖਲੋਤੇ ਹੈਗੇ ਜਾਂ ਆਪਾਂ ਕਿਸ ਤਰ੍ਹਾਂ ਕਿਹੜੇ ਚੁਣਾਵੀ ਮੁੱਦਿਆਂ ਨੂੰ ਲੈ ਕੇ ਲੋਕਾਂ ਦੇ ਮੈਦਾਨ ਦੇ ਵਿੱਚ ਜਾਵਾਂਗੇ? ਵਿਕਾਸ ਕਿਹਨੂੰ ਕਹਿੰਦੇ ਆ? ਮੇਰੇ ਨਾਲ ਚੱਲ ਕੇ ਦੇਖਣ। ਜਿਹੜਾ ਵਿਕਾਸ ਇਹ ਕਹਿ ਰਿਹਾ, ਅਜੇ ਤੱਕ 9-9 ਸਾਲ ਹੋ ਗਏ ਇਹਨਾਂ ਨੂੰ ਕੁਰਸੀ ਤੇ ਬੈਠਿਆਂ, ਅਜੇ ਤੱਕ ਗਲੀਆਂ ਸੇਮ ਦੀਆਂ ਸੇਮ ਟੁੱਟੀਆਂ। ਪੁਰਾਣੀਆਂ ਜਿਹੜੀਆਂ ਗਲੀਆਂ ਜੇ ਚੰਗੀਆਂ ਬਣੀਆਂ ਉਹਨਾਂ ਨੂੰ ਤੋੜ ਨਵੀਆਂ ਬਣਾਈ ਜਾ ਰਹੇ। ਕੰਮ ਸਿਰਫ ਕਰਦੇ ਆ, ਸਿਰਫ ਕਿਤਾਬਾਂ ਦੇ ਵਿੱਚ, ਆਪਣੇ ਮਤਿਆਂ ਦੇ ਵਿੱਚ। ਅੰਮ੍ਰਿਤਸਰ ਪੇਜ ਦੇਖ ਰਹੇ ਸਾਰੇ ਲੋਕਾਂ ਦਾ ਸਵਾਗਤ ਹੈ। ਦੋਸਤੋ, 2022 ਦੀ ਸ਼ੁਰੂਆਤ ਦੇ ਨਾਲ ਚੁਣਾਵੀ ਅਖਾੜਾ ਜਿਹੜਾ ਭੱਜ ਚੁੱਕਿਆ ਹੈ। ਵੱਖ-ਵੱਖ ਪਾਰਟੀਆਂ ਜਿਹੜੀਆਂ ਹੈਗੀਆਂ ਉਹ ਰਾਜਨੀਤਿਕ ਮੈਦਾਨ ਦੇ ਵਿੱਚ ਉਤਰ ਚੁੱਕੀਆਂ ਵਾ ਤੇ ਜਿਹੜੇ ਵੀ ਵੱਖ-ਵੱਖ ਪਾਰਟੀਆਂ ਵੱਲੋਂ ਕੈਂਡੀਡੇਟ ਐਲਾਨੇ ਗਏ ਆ ਉਹ ਆਪਣੀ ਜ਼ੋਰ ਅਜਮਾਇਸ਼ ਕਰਨ ਲਈ ਆਪਣੇ ਚੁਣਾਵੀ ਮੈਦਾਨ ਦੇ ਵਿੱਚ ਉਤਰ ਗਏ। ਤੇ ਅੱਜ ਅਸੀਂ ਪਹੁੰਚੇ ਹਾਂ ਹਲਕਾ ਪੱਛਮੀ ਅੰਮ੍ਰਿਤਸਰ ਦੇ ਵਿੱਚ, ਜਿੱਥੇ ਕਿ 3 ਡਾਕਟਰਾਂ ਦੀ ਲੜਾਈ ਹੈ। ਕਿਹੜਾ ਡਾਕਟਰ ਕਾਮਯਾਬ ਹੋਏਗਾ ਇਹ ਤੇ ਆਉਣ ਵਾਲਾ ਸਮਾਂ ਹੀ ਦੱਸੇਗਾ। ਲੇਕਿਨ ਡਾਕਟਰ ਦੇ ਵਿੱਚ ਮੈਂ ਗੱਲ ਕਰਾਂ ਤੇ ਅਸੀਂ ਗੱਲ ਕਰਾਂਗੇ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੇ ਕਿ ਅਰਵਿੰਦ ਕੇਜਰੀਵਾਲ ਲਗੇ ਆ, ਉਹਨਾਂ ਨੇ ਜਿਹੜਾ ਭਰੋਸਾ ਜਤਾਇਆ ਡਾਕਟਰ ਜਸਬੀਰ ਸਿੰਘ ਸੰਧੂ, ਜਿਨ੍ਹਾਂ ਨੂੰ ਹਲਕਾ ਪੱਛਮੀ ਤੋਂ ਟਿਕਟ ਦਿੱਤੀ ਹੈ ਤੇ ਉਹਨਾਂ ਨੂੰ ਇਸ ਚੁਣਾਵੀ ਅਖਾੜੇ ਦੇ ਵਿੱਚ ਉਤਾਰਿਆ ਹੈ। ਉਹ ਵੀ ਡਾਕਟਰ ਨੇ ਪੇਸ਼ੇ ਤੋਂ, ਤੇ ਕਿਸ ਤਰ੍ਹਾਂ ਕਿਹੜੇ ਵਿਜ਼ਨ ਨੂੰ ਲੈ ਕੇ ਇਸ ਚੁਣਾਵੀ ਮੈਦਾਨ ਦੇ ਵਿੱਚ ਉਤਰੇ ਆ, ਕਿਸ ਤਰ੍ਹਾਂ ਦੇ ਲੋਕਾਂ ਦੇ ਜਿਹੜੇ ਕੰਮ ਗਏ ਆ ਉਸ ਨੂੰ ਦੇਖਦੇ ਹੋਏ ਇੱਕ ਵਾਰੀ ਉਹਨਾਂ ਨੂੰ ਮੌਕਾ ਦਿੱਤਾ ਗਿਆ ਵਾ। ਸਭ ਤੋਂ ਪਹਿਲਾਂ ਡਾਕਟਰ ਸਾਹਿਬ ਤੁਹਾਡਾ ਅੰਮ੍ਰਿਤਸਰ ਪੇਜ ਤੇ ਸਵਾਗਤ ਹੈ ਜੀ। ਸਵਾਗਤ ਜੀ ਸਾਰੇ ਮੇਰੇ ਦਰਸ਼ਕਾਂ ਦਾ ਜਿਹੜੇ ਇਸ ਪੇਜ ਨੂੰ ਲਾਈਕ ਕਰ ਰਹੇ ਆ, ਵੇਖ ਰਹੇ ਆ। ਡਾਕਟਰ ਸਾਹਿਬ, ਮੇਰਾ ਸਵਾਲ ਹੈ, 3 ਡਾਕਟਰਾਂ ਦੀ ਲੜਾਈ ਹੈ, ਹਲੇ ਇੱਕ ਕੈਂਡੀਡੇਟ ਬਾਕੀ ਹੈ। ਉਹ ਡਾਕਟਰ ਆਂਦਾ ਕੌਣ ਆਂਦਾ ਬੀਜੇਪੀ ਵੱਲੋਂ, ਉਹਦਾ ਹਲੇ ਪਤਾ ਨਹੀਂ ਹੈ। ਲੇਕਿਨ ਫਿਲਹਾਲ ਮੈਂ ਮੌਜੂਦਾ 3 ਡਾਕਟਰਾਂ ਦੀ ਗੱਲ ਕਰਾਂਗਾ। ਤੇ ਹਲਕਾ ਵੈਸਟ ਦੇ ਵਿੱਚ ਤੁਸੀਂ ਕਾਫੀ ਚਿਰ ਤੋਂ ਜਿਹੜੀ ਹੈ ਸੇਵਾ ਕਰ ਰਹੇ ਹੋ ਔਰ ਤੁਹਾਡੀ ਰਿਹਾਇਸ਼ ਵੀ ਹਲਕਾ ਵੈਸਟ ਦੀ ਹੈ। ਸਭ ਤੋਂ ਪਹਿਲਾਂ ਆਪਣੇ ਬਾਰੇ ਦੱਸੋ ਤੇ ਕਿਸ ਵਿਜ਼ਨ ਦੇ ਨਾਲ ਹਲਕਾ ਵੈਸਟ ਦੇ ਵਿੱਚ ਤੁਸੀਂ ਲੋਕਾਂ ਦੀ ਸੇਵਾ ਕਰਨ ਉਤਰੇ ਹੋ? ਮੇਰਾ ਨਾਮ ਡਾਕਟਰ ਜਸਵੀਰ ਸਿੰਘ ਸੰਧੂ, ਹਲਕਾ ਪੱਛਮੀ, ਜ਼ਿਲ੍ਹਾ ਅੰਮ੍ਰਿਤਸਰ। ਮੈਂ ਜੀ ਅੰਮ੍ਰਿਤਸਰ ਜ਼ਿਲ੍ਹੇ ਦਾ ਵਸਨੀਕ ਹਾਂ। ਛਾਟੇ ਮੇਰੀ ਰਿਹਾਇਸ਼ ਹੈ। ਤੋਂ ਪਿਛਲੇ ਜੰਪਲ ਵੀ ਇੱਥੋਂ ਦਾ ਹੀ ਹੈ। ਪਿਛਲੇ 17-18 ਸਾਲ ਤੋਂ ਮੈਂ ਨਾਪ੍ਰੀਤ ਹੌਸਪੀਟਲ ਵੈਸਟ ਵਿੱਚ ਪੈਂਦਾ ਨਾਮੀ ਹੌਸਪੀਟਲ ਆ, ਮਲਟੀ ਸਪੈਸ਼ਲਿਟੀ ਸੈਂਟਰ ਆ, ਮੈਂ ਉੱਥੇ ਸੇਵਾ ਕਰ ਰਿਹਾ ਐਜ ਏ ਮੈਡੀਕਲ ਆਫਿਸਰ। ਸੋ ਮੈਂ ਰੋਜ਼ ਦੀਆਂ ਜਿਹੜੀਆਂ ਲੋਕਾਂ ਦੀਆਂ ਤਕਲੀਫਾਂ ਉਹ ਸੁਣਦਾ ਹੈ, ਵੇਖਦਾ ਹੈ, ਲੋਕਾਂ ਨਾਲ ਵਿਚਰਦਾ ਹੈ। ਇਹੋ ਜਿਹਾ ਦੁੱਖ ਵੇਖ ਕੇ ਮੇਰਾ ਵੀ ਜੀ ਕੀਤਾ, ਸੇਵਾ ਤਾਂ ਮੈਂ ਵੈਸੇ ਵੀ ਕਰ ਹੀ ਰਿਹਾ, ਪਰ ਇੱਕ ਸਮਾਜ ਦੀ ਸੇਵਾ ਇੱਕ ਰਾਜਨੀਤਿਕ ਢੰਗ ਨਾਲ ਵੀ ਕੀਤੀ ਜਾਵੇ, ਜਿਹਦੇ ਨਾਲ ਕਿ ਇਹ ਜਿਹੜੇ ਡਾਕਟਰ ਪਹਿਲਾਂ ਸਾਡੇ ਨਾਲ ਜੁੜੇ ਹੋਏ ਆ, ਜਿਹੜੇ 10 ਸਾਲਾਂ ਤੋਂ ਸਾਡੇ 'ਤੇ ਰਾਜ ਕਰ ਰਿਹਾ, ਇਹਨਾਂ ਨੂੰ ਕੁਝ ਕੁਐਸਚਨ ਪੁੱਛੇ ਜਾਣ, ਇਹਨਾਂ ਕੋਲ ਕੁਝ ਜਾਣਕਾਰੀ ਲਈ ਜਾਵੇ। ਮੈਂ ਬਿਲਕੁਲ ਤੁਹਾਡੇ ਜਵਾਬ ਤੋਂ ਮੈਨੂੰ ਲੱਗਾ ਕਿ ਜਿਵੇਂ ਅਰਵਿੰਦ ਕੇਜਰੀਵਾਲ ਆਪਣੇ ਪੇਸ਼ੇ ਤੋਂ ਛੱਡ ਕੇ ਇੱਕ ਵਾਰੀ ਜਿਹੜੀ ਲੋਕਾਂ ਦੀ ਸੇਵਾ ਕੀ, ਮੈਂ ਦੁੱਖ ਦਰਦ ਦੇਖਦੇ ਹੋਏ ਇੱਕ ਰਾਜਨੀਤੀ ਦੀ, ਤੁਹਾਡਾ ਵੀ ਜਵਾਬ ਉਸੇ ਤਰ੍ਹਾਂ ਹੀ ਕੁਛ ਹੈਗਾ ਜੀ। ਵੇਖੋ ਜੀ, ਮੈਂ ਰੋਜ਼ ਦੀਆਂ ਜਿਹੜੀਆਂ ਰੋਜ਼ਾਨਾ ਮੇਰੀ ਰੂਟੀਨ ਆ ਕਿ ਮੈਂ 8-8:30 ਵਜੇ ਤੋਂ ਲੈ ਕੇ 2-2:30-3 ਵਜੇ ਤੱਕ OPD, ਉਹ ਤੋਂ ਬਾਅਦ ਜੋ ਵੀ ਹਸਪੀਟਲ ਦੀ ਮੈਨੇਜਮੈਂਟ ਵਾਸਤੇ ਆ, ਉਹ ਸਾਰਾ ਕੁਛ ਮੈਂ ਮੇਰੇ ਬੌਸ ਨੇ ਮੇਰੇ 'ਤੇ ਸੁੱਟਿਆ ਸੀ, ਮੈਂ ਕਰਦਾ ਰਿਹਾ। ਮੈਂ ਆਪਣੀ ਯੋਗ ਅਗਵਾਈ ਦੇ ਹੇਠ ਜਿਹੜੀ ਆ ਮੇਰੀ ਟੀਮ ਬਹੁਤ ਵਧੀਆ ਹੈ ਉੱਥੇ ਜੀ, ਪੂਰਾ ਮਿਹਨਤੀ ਸਟਾਫ ਆ। ਲੇਕਿਨ ਜੋ ਮੈਂ ਲੋਕਾਂ ਦੀਆਂ ਤਕਲੀਫਾਂ ਸੁਣੀਆਂ, ਇਹਨੇ ਦੁੱਖ ਵੇਖੇ ਆ ਕਿ ਲੋਕਾਂ ਦੇ ਘਰਾਂ ਦੇ ਘਰ ਵੇਖ ਜਾਂਦੇ ਆ, ਇਲਾਜ ਕਰਾਉਣ ਵਾਸਤੇ ਪੈਸਾ ਕੋਈ ਨਹੀਂ ਹੁੰਦਾ। ਲੋਕੀ ਹਸਪੀਟਲ ਆਉਣ ਤੋਂ ਡਰਦੇ ਆ। ਕਿਉਂ? ਕਿਉਂਕਿ ਪਿੱਛੇ ਕੋਈ ਇੰਨਾ ਸੋਰਸ ਨਹੀਂ ਹੈਗਾ ਇਨਕਮ ਦਾ, ਇੰਨੀ ਗਰੀਬੀ ਆ, ਇੰਨੀ ਗਰੀਬੀ ਰੇਖਾ ਤੋਂ ਥੱਲੇ ਰਹਿ ਰਹੇ ਆ ਲੋਕ ਕਿ ਉਹਨਾਂ ਕੋਲ ਤਾਂ ਮਸਾਂ ਘਰ ਦੀ ਰੋਟੀ ਨਹੀਂ ਪੱਕਦੀ, ਤੇ ਵੱਡੇ ਹਸਪਤਾਲਾਂ ਦੇ ਵਿੱਚ ਉਹ ਇਲਾਜ ਕਿੱਥੋਂ ਕਰਾ ਸਕਣਗੇ? ਇੰਨਾ ਦੁੱਖ ਦਰਦ ਦੇਖਦੇ ਹੋਇਆ ਮੈਂ ਤੋਂ ਰਿਹਾ ਨਹੀਂ ਕਿਹਾ, ਜੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸੈਕਰੀਫਾਈਸ ਕਰ ਸਕਦੇ ਆ, ਜੇ ਸ਼੍ਰੀ ਕੁੰਵਰ ਵਿਜੇ ਪ੍ਰਤਾਪ ਜੀ ਸੈਕਰੀਫਾਈਸ ਕਰਦੇ ਆ, ਤਾਂ ਮੈਂ ਕਿਉਂ ਨਹੀਂ ਕਰ ਸਕਦਾ? ਬਿਲਕੁਲ। ਔਰ ਮੈਂ ਜੇ ਗੱਲ ਕਰਾਂ, ਤੁਸੀਂ ਡਾਕਟਰੀ ਦੀ ਗੱਲ ਕੀਤੀ, ਲੇਕਿਨ ਕੋਈ ਵਿਜ਼ਨ ਹੈਗਾ ਬੰਦੇ ਦਾ ਕਿ ਹਲਕਾ ਵੈਸਟ ਦੇ ਵਿੱਚ ਤੁਸੀਂ ਕਹਿੰਦੇ ਮੇਰੀ ਰਿਹਾਇਸ਼ ਛਾਟੇ ਦੇ ਵਿੱਚ, ਔਰ ਛਾਟੇ ਦੇ ਵਿੱਚ ਰਾਜਨੀਤੀ ਜਿਹੜੀ ਹੈ ਉਹ ਬੜੀ ਹੋਰ ਤਰ੍ਹਾਂ ਦੀ ਸਰਗਰਮ ਹੈਗੀ। ਲੇਕਿਨ ਸਭ ਤੋਂ ਪਹਿਲਾਂ ਜਿਵੇਂ ਹਲਕਾ ਵੈਸਟ ਹੈਗਾ ਉਹ ਬਹੁਤ ਹੀ ਵੱਡਾ ਹਲਕਾ ਹੈਗਾ ਵਾ, ਵੋਟ ਬੈਂਕ ਵੀ ਇੱਥੇ ਜ਼ਿਆਦਾ ਹੈਗੇ, ਬੂਥ ਵੀ ਜ਼ਿਆਦਾ ਹੈਗੇ। ਜੇ ਅੰਮ੍ਰਿਤਸਰ ਦੀ ਗੱਲ ਕਰਾਂ ਤਾਂ ਸਭ ਤੋਂ ਵੱਡਾ ਹਲਕਾ, ਕੋਈ ਤੇ ਵਿਜ਼ਨ ਕੋਈ ਹੋਏਗਾ ਦਿਮਾਗ 'ਚ ਕਿ ਇਸ ਵਿਜ਼ਨ ਦੇ ਉੱਤੇ ਅਗਰ ਮੈਂ ਰੱਬ ਨਾ ਕਰੇ ਮੈਨੂੰ ਕਾਮਯਾਬੀ ਮਿਲਦੀ ਤਾਂ ਮੈਂ ਇਸ ਵਿਜ਼ਨ 'ਤੇ ਕੰਮ ਕਰਾਂਗਾ। ਵੇਖੋ ਜੀ, ਸੇਵਾ ਤਾਂ ਮੈਂ ਪਹਿਲਾਂ ਹੀ ਹਲਕੇ ਦੀ ਕਰ ਰਿਹਾ ਸੀ, ਲੇਕਿਨ ਮੇਰੇ ਮਨ ਦੇ ਵਿੱਚ ਆਇਆ ਕਿ ਕਿਉਂ ਨਾ ਇਹ ਜਿਹੜੀ ਸੇਵਾ ਹੈ ਇਹਨੂੰ ਹੋਰ ਥੋੜ੍ਹਾ ਉੱਚਾ ਚੁੱਕਿਆ ਜਾਵੇ, ਇਸ ਪੱਧਰ ਨੂੰ ਹੋਰ ਉੱਚਾ ਚੁੱਕਿਆ ਜਾਵੇ। ਸੋ ਜਿਹੜੇ ਮੇਰੇ ਪਰਿਵਾਰ ਆ ਇੱਥੇ, ਮੇਰਾ ਅੰਮ੍ਰਿਤਸਰ ਜ਼ਿਲ੍ਹੇ ਦਾ ਪਰਿਵਾਰ ਆ ਸਾਰਾ,
ਵੈਸਟ ਵਿੱਚ ਮੇਰੀ ਰਿਹਾਇਸ਼ ਆ, ਤਾਂ ਮੈਂ ਸੇਵਾ ਤਾਂ ਪਹਿਲਾਂ ਹੀ ਕਰ ਰਿਹਾ। ਉਹ ਮੈਂ ਚਾਹੁੰਦਾ ਸੀ ਕਿ ਇਹਨੂੰ ਇੱਕ ਢੰਗ ਨਾਲ ਅਗਾਊਂ ਹੋਰ ਬੜੋਤਰੀ ਦਿੱਤੀ ਜਾਵੇ, ਜਿਹਦੇ ਨਾਲ ਕਿ ਜਿਹੜੀਆਂ ਲੋਕਾਂ ਦੀਆਂ ਦੁੱਖ ਤਕਲੀਫਾਂ ਜਿਹੜੀਆਂ ਮੈਂ ਸੁਣੀਆਂ, ਨੇੜੇ ਹੋ ਕੇ ਦੇਖੀਆਂ, ਉਹਨਾਂ ਦਾ ਦੁੱਖ ਸਮਝਦਾ ਮੈਂ, ਉਹਨੂੰ ਮੇਰੇ ਕੋਲ ਝੱਲ ਨਹੀਂ ਹੋਇਆ। ਅਤੇ ਮੈਂ ਫੈਸਲਾ ਲਿਆ ਕਿ ਕਿਉਂ ਨਾ ਸ਼੍ਰੀ ਅਰਵਿੰਦ ਕੇਜਰੀਵਾਲ ਦੀ ਜਿਹੜੀ ਨਵੀਂ ਪਾਰਟੀ ਬਣਾਈ ਸੀ ਉਹਨਾਂ, ਆਮ ਆਦਮੀ ਪਾਰਟੀ, ਉਹਦੇ 'ਚ ਮੈਂ ਵੀ ਐਡਮਿਸ਼ਨ ਲੈ ਲਈ ਆ। ਮੈਂ ਵੀ ਉਹਦਾ ਇੱਕ ਸਟੂਡੈਂਟ ਹਾਂ, ਮੈਂ ਵੀ ਉਹਨਾਂ ਦਾ ਇੱਕ ਨਿੱਕਾ ਜਿਹਾ ਨਰਸਰੀ ਕਲਾਸ ਦਾ ਇੱਕ ਸਟੂਡੈਂਟ ਹਾਂ। ਮੈਂ ਚਾਹੁੰਦਾ ਕਿ ਉਹਨਾਂ ਕੋਲ ਬਹੁਤ ਸਿੱਖਾਂ। ਪਰ ਹਲਕਾ ਵੈਸਟ ਕਾਂਗਰਸ ਦਾ ਗਾੜਾ ਕਿਵੇਂ ਸੇਂਧ ਲਾਓਗੇ? ਵੇਖੋ ਜੀ, ਕਾਂਗਰਸ ਨੇ ਕੋਈ ਇਹ ਵਿਰਾਸਤ ਵਿੱਚ ਨਹੀਂ ਮਿਲਿਆ। ਕਾਂਗਰਸ ਨੂੰ ਇਹ ਲੋਕਤੰਤਰ ਆ, ਲੋਕਾਂ ਦੀ ਸਰਕਾਰ ਆ, ਲੋਕੀ ਹੀ ਬਣਾਉਂਦੇ ਆ। ਜੇ ਉਹ ਮੰਨ ਲਓ ਕੈਪਟਨ ਦੀ ਸਰਕਾਰ ਸੀ, ਕੈਪਟਨ ਨੇ ਰਾਜ ਕੀਤਾ, ਜੇ ਕੈਪਟਨ ਨੇ ਚੰਗੇ ਕੰਮ ਨਹੀਂ ਕੀਤੇ ਤਾਂ ਉਹਨੂੰ ਆਪਣੀ ਕੁਰਸੀ ਤੋਂ ਵੀ ਹੱਥ ਧੋਣੇ ਪਏ। ਇਹ ਲੋਕਾਂ ਦੇ ਹੱਥ ਆ, ਇਹ ਤੁਸੀਂ ਵੀ ਸਰਕਾਰ ਬਣਾ ਸਕਦੇ ਹੋ, ਤੁਹਾਡਾ ਪੂਰਨ ਹੱਕ ਹੈ, ਤੁਹਾਡਾ ਪੂਰਨ ਜਿਹੜਾ ਯੋਗਦਾਨ ਹੈ ਸਰਕਾਰ ਬਣਾਉਣ ਵਿੱਚ। ਇਹ ਆਪਾਂ ਨਹੀਂ ਕਹਿ ਸਕਦੇ ਕਿ ਕਾਂਗਰਸ ਦਾ ਗਾੜਾ ਹੈ, ਅਕਾਲੀਆਂ ਦਾ ਗਾੜਾ ਹੈ, ਬੀਜੇਪੀ ਦਾ ਗਾੜਾ ਹੈ, ਇਹ ਲੋਕਤੰਤਰ ਦਾ ਗਾੜਾ ਹੈ। ਪਰ ਸੋਤਾ ਸਾਹਿਬ ਨੂੰ ਪਿਛਲੀ ਵਾਰ ਜਿਹੜੀ ਟਿਕਟ ਲੜੀ ਸੀ ਉਹਦੇ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਡਾਕਟਰ ਸਾਹਿਬ ਦੀ ਗੱਲ ਕਰਾਂ ਤਾਂ ਡਾਕਟਰ ਸਾਹਿਬ ਨੇ ਇੰਨੇ ਕੰਮ ਕੀਤੇ, ਉਹਨਾਂ ਦੇ ਲਗਾਤਾਰ ਜਿਹੜੀ 10 ਸਾਲ ਦੇ ਵਿੱਚ ਉਹਨਾਂ ਦੀ ਜਿਹੜੀ ਟੀਮ ਹੈਗੀ ਹੈ ਥੱਲੇ ਕਾਉਂਸਲਰਾਂ ਦੀ, ਉਹ ਵੀ ਕੰਮ ਕਰ ਰਹੀ ਹੈ। ਡਿਵੈਲਪਮੈਂਟ ਨੂੰ ਲੈ ਕੇ ਜਿਹੜੀ ਉਹਨਾਂ ਦੀ ਟੀਮ ਹੈਗੀ ਲਗਾਤਾਰ ਸੜਕਾਂ ਦੇ ਵਿੱਚ ਹੈਗੀ। ਡਾਕਟਰ ਸਾਹਿਬ ਕਹਿੰਦੇ ਕਿ ਮੈਂ ਖੁਦ ਕੰਮ ਕਰ ਰਿਹਾ ਵਾਂ, ਅਤੇ ਫਿਰ ਆਪਾਂ ਕਿੱਥੇ ਖਲੋਤੇਂਗੇ ਜਾਂ ਆਪਾਂ ਕਿਸ ਤਰ੍ਹਾਂ ਕਿਹੜੇ ਚੁਣਾਵੀ ਮੁੱਦਿਆਂ ਨੂੰ ਲੈ ਕੇ ਲੋਕਾਂ ਦੇ ਮੈਦਾਨ ਦੇ ਵਿੱਚ ਜਾਵਾਂਗੇ? ਫੇਸਬੁੱਕ 'ਤੇ ਫੋਟੋਆਂ ਪਾਉਣ ਨਾਲ, ਵਟਸਐਪ 'ਤੇ ਸਟੇਟਸ ਪਾਉਣ ਨਾਲ, ਅਖਬਾਰਾਂ 'ਚ ਇਸ਼ਤਿਹਾਰ ਦੇਣ ਨਾਲ ਜਾਂ LED 'ਤੇ ਆਪਣਾ ਇੰਟਰੋਡਕਸ਼ਨ ਕਰਨ ਦੇ ਨਾਲ ਵਿਕਾਸ ਨਹੀਂ ਹੁੰਦਾ। ਵਿਕਾਸ ਕਿਹਨੂੰ ਕਹਿੰਦੇ ਆ? ਮੇਰੇ ਨਾਲ ਚੱਲ ਕੇ ਦੇਖਣ। ਜਿਹੜਾ ਵਿਕਾਸ ਇਹ ਕਹਿ ਰਹੇ ਆ, ਅਜੇ ਤੱਕ 9-9 ਸਾਲ ਹੋ ਗਏ ਇਹਨਾਂ ਨੂੰ ਕੁਰਸੀ 'ਤੇ ਬੈਠਿਆਂ, ਅਜੇ ਤੱਕ ਗਲੀਆਂ ਸੇਮ ਦੀਆਂ ਸੇਮ ਟੁੱਟੀਆਂ। ਪੁਰਾਣੀਆਂ ਜਿਹੜੀਆਂ ਗਲੀਆਂ ਜੇ ਚੰਗੀਆਂ ਬਣੀਆਂ ਉਹਨਾਂ ਨੂੰ ਤੋੜ ਨਵੀਆਂ ਬਣਾਈ ਜਾ ਰਹੇ ਆ, ਲੇਕਿਨ ਨਵੀਂ ਗਲੀ ਜਿਹੜੀ ਨਵੀਂ ਡਿਵੈਲਪਮੈਂਟ ਆ ਉਹ ਤੱਕ ਤਾਂ ਦਿਸੀ ਨਹੀਂ। ਕੰਮ ਸਿਰਫ ਕਰਦੇ ਆ ਸਿਰਫ ਕਿਤਾਬਾਂ ਦੇ ਵਿੱਚ, ਆਪਣੇ ਮਤਿਆਂ ਦੇ ਵਿੱਚ। ਕੋਈ ਵੀ ਕਿਤੇ ਜੇ ਇਹ ਕੰਮ ਕਰਨੇ ਹੁੰਦੇ ਨਾ, ਇਹਨਾਂ ਦੇ 3 ਕੌਂਸਲਰ ਇਹਨਾਂ ਤੋਂ ਬਾਗੀ ਨਾ ਹੁੰਦੇ, ਉਹਨਾਂ 3 ਬਾਗੀ ਕੌਂਸਲਰਾਂ ਤੋਂ ਬਾਵਾ ਇਹਨਾਂ ਦਾ ਜਿਹੜਾ ਕੌਂਸਲਰ ਆ ਸੁਖਦੇਵ ਸਾਲ, ਉਹ ਵੀ ਇਹਨਾਂ ਤੋਂ ਬਾਗੀ ਹੋ ਕੇ, ਦੁਖੀ ਹੋ ਕੇ ਕਾਂਗਰਸ ਪਾਰਟੀ ਨੂੰ ਉਹਨੇ ਨਕਾਰਾਤਮਕ ਕੀਤਾ। ਸੋ ਸਾਰਾ ਕੁਝ ਤੁਹਾਡੇ ਸਾਹਮਣੇ ਆ, ਮੈਂ ਜ਼ਿਆਦਾ ਕੁਝ ਜਵਾਬ ਨਹੀਂ ਦਿੰਦਾ। 3 ਕੌਂਸਲਰਾਂ ਦੀ ਗੱਲ ਕੀਤੀ, ਉਹਨਾਂ ਨੇ ਕਿਹਾ ਕਿ ਸਾਡੀ ਡਿਵੈਲਪਮੈਂਟ ਨਹੀਂ ਹੋ ਰਹੀ ਹੈ। ਇਸ ਨੂੰ ਲੈ ਕੇ ਜਿਹੜਾ ਉਹਨਾਂ ਨੇ ਮੇਅਰ ਨੂੰ ਨਾਰਾਜ਼ਗੀ ਜਤਾਈ ਸੀ ਤੇ ਚਾਲ ਦੀ ਗੱਲ ਕੀਤੀ ਹੈ। ਚਾਲ ਨੇ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਨੇ ਜਿਹੜੇ ਦਮਨਦੀਪ ਸਿੰਘ, ਉਹਨਾਂ ਦੇ ਅੰਗੇਜਟ ਕਿਹਾ ਸੀ ਕਿ ਮੇਰੇ ਕੰਮ ਵਾਰਡ ਦੇ ਵਿੱਚ ਕੰਮ ਨਹੀਂ ਹੋ ਰਿਹਾ। ਉਹ ਹਲਕਾ ਵੈਸਟ ਦੇ ਹੀ ਚਾਰੋਂ ਸੀਗੇ, ਤੇ ਇਹਦਾ ਮਤਲਬ ਕਿਤੇ ਨਾ ਕਿਤੇ ਹਲਕਾ ਵੈਸਟ ਦੇ ਵਿੱਚ ਡਿਵੈਲਪਮੈਂਟ ਨੂੰ ਲੈ ਕੇ ਕਿਤੇ ਨਾ ਕਿਤੇ ਕੌਂਸਲਰ ਦੇ ਵਿੱਚ ਟੀਸ ਨਜ਼ਰ ਆਈ। ਡਿਵੈਲਪਮੈਂਟ ਹੋਈ ਕਿੱਥੇ ਹੈ ਮੈਨੂੰ ਇਹ ਤਾਂ ਦੱਸਣ। ਮੈਂ ਚਾਹੁੰਦਾ ਰਾਜਕੁਮਾਰ ਜੀ ਨੂੰ ਮੇਰੇ ਨਾਲ ਚੱਲਣ, ਮੈਂ ਖੜੂੰਗਾ ਉਹਨਾਂ ਨੂੰ ਜਿੱਥੇ ਡਿਵੈਲਪਮੈਂਟ ਹੋਈ ਹੈ, ਜਿੱਥੇ ਤੇ ਨਹੀਂ ਹੋਈ ਮੈਂ ਦੱਸਦਾ। ਦਿੱਲੀ ਦੇ ਵਿੱਚ ਘੁੰਮਣ ਨੂੰ ਡਿਵੈਲਪਮੈਂਟ ਨਹੀਂ ਕਹਿੰਦੇ, ਚੰਡੀਗੜ੍ਹ ਦੇ ਵਿੱਚ ਲਾਲ ਬੱਤੀ ਲਾ ਕੇ ਘੁੰਮਣ ਨੂੰ ਡਿਵੈਲਪਮੈਂਟ ਨਹੀਂ ਕਹਿੰਦੇ। ਡਿਵੈਲਪਮੈਂਟ ਉਦੋਂ ਹੋਣੀ ਚਾਹੀਦੀ ਸੀ ਜਦੋਂ ਇਹ ਟੋਟਲ SC ਕਮਿਸ਼ਨ ਦੇ ਚੇਅਰਮੈਨ ਸੀ। ਦਿੱਲੀ ਤੱਕ ਇਹਨਾਂ ਦਾ, ਕੰਨਿਆਕੁਮਾਰੀ ਤੱਕ ਇਹ SC ਕਮਿਸ਼ਨ ਦੇ ਚੇਅਰਮੈਨ ਰਹੇ ਆ। ਕਿਸੇ ਦਲਿਤ ਭਾਈਚਾਰੇ ਵਾਸਤੇ ਕੋਈ ਕਾਲਜ ਖੋਲ੍ਹਿਆ, ਕੋਈ ਯੂਨੀਵਰਸਿਟੀ ਖੋਲ੍ਹੀ ਆ, ਕੋਈ ਸਮਾਜ ਭਲਾਈ ਦੇ ਕੰਮ ਕੀਤੇ ਆ? ਇਹਨੂੰ ਡਿਵੈਲਪਮੈਂਟ ਨਹੀਂ ਕਹਿੰਦੇ ਛੋਟੇ ਵੀਰ, ਕੁਛ ਨਹੀਂ ਕਹਿੰਦੇ ਇਹਨੂੰ। ਪਰ ਹੁਣ ਤਾਂ ਕੈਬਨਿਟ ਦੇ ਵਿੱਚ ਹੈ, ਕੈਬਨਿਟ ਰੈਂਕ ਹੈਗਾ ਵਾ, ਹੁਣ ਤਾਂ ਡਿਵੈਲਪਮੈਂਟ ਕਰ ਰਿਹਾ। ਕਿਹੜਾ ਕੈਬਨਿਟ ਨੇ ਤੇ ਕਿਹੜੀ ਡਿਵੈਲਪਮੈਂਟ ਦੀ ਗੱਲ ਕਰਦੇ ਹੋ? ਆਪਣੀ ਕੁਰਸੀ ਵਾਸਤੇ ਪਈ ਆ ਸਾਰਿਆਂ ਨੂੰ। ਸੌਰੀ, ਮੈਂ ਕੈਬਨਿਟ ਮੰਤਰੀ ਦੀ ਗੱਲ ਕਰ ਰਿਹਾ, ਪਹਿਲਾਂ ਕੈਬਨਿਟ ਰੈਂਕ ਸੀ। ਕੈਬਨਿਟ ਰੈਂਕ ਸੀ, ਹੁਣ ਵੀ ਹੈਗਾ ਉਹਨਾਂ ਕੋਲ, ਮੈਂ ਇਹ ਨਹੀਂ ਕਹਿੰਦਾ ਕਿ ਹੁਣ ਨਹੀਂ ਹੈਗਾ, ਹੁਣ ਵੀ ਹੈਗਾ। ਪਰ ਕੈਬਨਿਟ ਵਿੱਚ ਰਹਿ ਕੇ ਵੀ ਜੇ ਆਪਾਂ ਹਲਕੇ ਦੇ ਵਿਕਾਸ ਵੱਲ ਨਹੀਂ ਦੇਖ ਸਕਦੇ, ਆਪਾਂ ਹਲਕੇ ਦੇ ਲੋਕਾਂ ਵੱਲ ਨਹੀਂ ਰਹਿ ਸਕਦੇ, ਇਹ ਸਿਰਫ ਸਾਰਾ ਕੁਝ ਜੋ ਸਟੰਟਬਾਜ਼ੀ ਕਰ ਰਹੇ ਆ ਨਾ, ਆ ਨਵੇਂ ਅਹੁਦੇ ਦੇ ਰਹੇ 2-4 ਦਿਨ ਦੇ ਵਿੱਚ। ਕਈਆਂ ਨੂੰ ਅਹੁਦੇ ਦੇਤੇ, ਕਈਆਂ ਨੂੰ ਪਾਰਟੀ ਦਾ ਪ੍ਰਧਾਨ ਬਣਾਤਾ, ਕੋਈ ਸ਼ਹਿਰੀ ਪ੍ਰਧਾਨ ਬਣਾਤਾ, ਕੋਈ ਕੁਛ ਬਣਾਤਾ। ਇਹ ਸਿਰਫ ਚੋਣਾਂ ਦਾ ਇੱਕ ਸਟੰਟ ਆ, ਕੋਈ ਵਿਕਾਸ ਨਹੀਂ। ਜੇ ਕੈਬਨਿਟ ਮੰਤਰੀ ਹੁੰਦੇ ਨਾ, ਆ ਕੋਟ ਖਾਲਸਾ ਵਾਲੇ ਇਲਾਕੇ 'ਚ ਜਾ ਕੇ ਦੇਖਦੇ, ਆ ਘਨੂਪੁਰ ਇਲਾਕੇ ਜਾ ਕੇ ਦੇਖਦੇ, ਉਹ ਚੋਣਾਂ ਕਰਕੇ ਸਾਰਿਆਂ ਨੂੰ ਆਪਣੇ ਜਿਹੜੇ ਕਰਿੰਦੇ ਆ ਉਹਨਾਂ ਨੂੰ ਬੁਰਕੀ ਪਾ ਰਹੇ ਆ ਕਿ ਉਹ ਮੇਰੇ ਨਾਲ ਜੁੜੇ ਰਹਿਣ। ਬਾਕੀ ਵਿਕਾਸ ਦਾ ਨਾਮ ਜਿਹੜਾ ਉਹ ਵੈਸਟ ਦੇ ਨਕਸ਼ੇ 'ਚ ਕਿਤੇ ਨਹੀਂ ਜੇ ਹੈਗਾ। ਪਰ ਡਾਕਟਰ ਸਾਹਿਬ ਦੀ ਮੈਂ ਗੱਲ ਕਰਾਂ ਤੇ ਇੱਕ ਪੁਰਾਣਾ ਚਿਹਰਾ ਹੈ, ਲਗਾਤਾਰ ਇਲੈਕਸ਼ਨ ਦੀ ਲੜਨ ਦੀ ਜਿਹੜੀ ਹੈ ਉਹਨਾਂ ਨੂੰ ਪੂਰੀ ਤਰ੍ਹਾਂ ਜਿਹੜੀ ਨੌਲੇਜ ਹੈਗੀ ਹੈ। ਜੇ ਵੇਰਕੇ ਦੇ ਵਿੱਚ ਵੀ ਉਹ ਜਿੱਤੇ ਸੀ, ਉਸ ਤੋਂ ਬਾਅਦ 10 ਸਾਲ ਤੋਂ ਲਗਾਤਾਰ ਵੈਸਟ ਦੇ ਵਿੱਚ ਜਿੱਤੇ ਆ, ਔਰ ਤੀਸਰੀ ਇਲੈਕਸ਼ਨ ਜਿਹੜੀ ਹੈ ਵੈਸਟ ਦੇ ਵਿੱਚ ਉਹਨਾਂ ਦੀ ਜਿਹੜੀ ਆ ਚੁੱਕੀ ਹੈ। ਤਜਰਬਾ, ਇੱਕ ਜਗ੍ਹਾ ਤਜਰਬਾ, ਇੱਕ ਜਗ੍ਹਾ ਵੱਡਾ ਚਿਹਰਾ, ਇੱਕ ਜਗ੍ਹਾ ਹਲੇ ਤਜਰਬੇ ਦੀ ਕਮੀ। ਤੇ ਜੇ ਨਾਮ ਹੈਗਾ ਤੇ ਪਾਰਟੀ ਦਾ ਪਹਿਲਾਂ ਨਾਂ ਹੈਗਾ ਵਾ, ਉਸ ਤੋਂ ਬਾਅਦ ਡਾਕਟਰ ਜਸਬੀਰ ਸਿੰਘ ਸੰਧੂ। ਤਾਂ ਡਾਕਟਰ ਜਸਬੀਰ ਸਿੰਘ ਸੰਧੂ ਕਿਸ ਤਰ੍ਹਾਂ ਆਪਣਾ ਨਾਂ ਜਿਹੜਾ ਲੈ ਕੇ ਹਲਕੇ ਦੇ ਵਿੱਚ ਜਾਣਗੇ, ਲੋਕਾਂ ਨਾਲ ਰਾਬਤਾ ਕਾਇਮ ਕਰਨਗੇ? ਸਭ ਤੋਂ ਪਹਿਲੀ ਗੱਲ ਆ ਕਿ ਉਹ ਇਸ ਹਲਕੇ ਦੇ ਵਸਨੀਕ ਹੀ ਨਹੀਂ ਹੈਗੇ, ਠੀਕ ਹੈ। ਦੂਜੀ ਗੱਲ, ਉਹਨਾਂ ਨੇ ਵੇਰਕਾ ਤੋਂ ਪਹਿਲਾਂ ਟਿਕਟ ਜਿੱਤੀ ਸੀ। ਜੇ ਵੇਰਕੇ ਦਾ ਆਪਣੇ ਜਿਹੜਾ ਖਾਸ ਹਲਕੇ ਦਾ ਵਿਕਾਸ ਨਹੀਂ ਕਰ ਪਾਏ, ਜਿੱਥੇ ਰਹਿਸ਼ ਸੀ ਉਹਨਾਂ ਦਾ ਵਿਕਾਸ ਨਹੀਂ ਕਰ ਪਾਏ,
ਤਾਂ ਵੈਸਟ ਦਾ ਵਿਕਾਸ ਕਿੱਥੋਂ ਹੋਣਾ ਸੀ? ਜਿਹੜਾ ਬੰਦਾ ਬਾਰਡਰ ਤੇ ਲੜਨ ਵਾਸਤੇ ਤਾਂ ਚੱਲ ਗਿਆ ਪਰ ਰਾਈਫਲ ਘਰੇ ਛੱਡ ਗਿਆ, ਉਹ ਵਿਕਾਸ ਕਿੱਥੋਂ ਕਰ ਲੂਗਾ? ਕਿੱਥੋਂ ਦੁਸ਼ਮਣ ਨਾਲ ਲੜੂਗਾ? ਉਹ ਜਿਹੜੇ ਬੰਦੇ ਨੇ ਘਰ ਦੇ ਵਿੱਚ ਆਪਣਾ ਕੁਛ ਨਹੀਂ ਸਵਾਰਿਆ, ਉਹ ਵੈਸਟ ਵਿੱਚ ਕੀ ਸਵਾਰੂਗਾ? ਇਸ ਕਰਕੇ ਸਿਰਫ ਤੇ ਸਿਰਫ ਇੱਕ ਚੁਣਾਵੀ ਸਟੰਟ ਕਰਕੇ ਪਿਛਲੇ 10 ਸਾਲਾਂ ਦੇ ਵਿੱਚ ਮੇਰੇ ਖਿਆਲ ਨਾਲ, ਮੈਂ ਮੰਨਦਾ ਜਿੱਥੋਂ ਤੱਕ ਮੈਂ ਲੋਕਾਂ 'ਚ ਵਿਚਰਿਆ, ਮੈਂ ਗਲੀਆਂ ਰਾਹੀਂ ਤੁਰ ਕੇ ਆਪਣੇ ਰਸਤੇ ਜਿਹੜੇ ਆ ਉਹਨਾਂ ਨੂੰ ਤੁਰ ਕੇ, ਜਿਹੜੇ ਕੱਚੇ ਰਸਤਿਆਂ ਥਾਣੀ ਜਾ ਕੇ ਮੈਂ ਲੋਕਾਂ ਦੀਆਂ ਤਕਲੀਫਾਂ ਸੁਣੀਆਂ, ਦੁੱਖ ਸੁਣਿਆ। ਉਹਨਾਂ ਕੋਲ ਜਾ ਕੇ ਪੁੱਛੋ, ਇਹਨਾਂ ਦੇ ਕਹਿਣ ਨਾਲ ਵਿਕਾਸ ਨਹੀਂ ਕਹਿੰਦਾ। ਉਹਨਾਂ ਬੇਟੀਆਂ ਨੂੰ ਜਾ ਕੇ ਪੁੱਛੋ ਜਿਨ੍ਹਾਂ ਦੇ ਜਿਹੜੇ ਸੁਹਾਗ ਆ ਉਹ ਇਹਨਾਂ ਨਸ਼ਾ ਨੇ ਇਹਨਾਂ ਦੀ ਸਰਕਾਰ ਵਿੱਚ ਗਵਾ ਦਿੱਤੇ। ਤੁਸੀਂ ਕਹਿ ਰਹੇ ਵੀ ਕੰਮ ਨਹੀਂ ਕੀਤਾ, ਲੇਕਿਨ ਜਿਹੜੇ ਕਾਉਂਸਲਰ ਹੈਗੇ ਆ ਉਹ ਕਹਿੰਦੇ ਕਿ ਸਾਡੀ ਵਾਰਡਾਂ ਦੇ ਵਿੱਚ ਇੰਨਾ ਕੰਮ ਹੋਇਆ, ਔਰ ਅਸੀਂ ਡਾਕਟਰ ਰਾਜ ਕੁਮਾਰ ਵੇਰਕਾ ਨੂੰ ਜਿਹੜੀ ਵੱਧ ਤੋਂ ਵੱਧ ਲੀਡ, ਜਿਹੜੇ ਪਹਿਲਾਂ ਦੀ ਲੀਡ ਸੀ ਉਸ ਤੋਂ ਵੀ ਵੱਧ ਲੀਡਾਂ ਦੀ ਜਗ੍ਹਾ, ਫਿਰ ਤੁਸੀਂ ਕਿਵੇਂ ਕਹਿੰਦੇ ਕਿ ਕੰਮ ਨਹੀਂ ਹੋਏ? ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਭਾਜੀ, ਇਹ ਆਉਣ ਵਾਲਾ ਸਮਾਂ ਦੱਸੇਗਾ ਕਿੰਨੇ ਕੰਮ ਕੀਤੇ ਆ ਕਿੰਨੇ ਨਹੀਂ ਕੀਤੇ। ਹੁਣ ਥੋੜੇ ਚਿਰ ਦੀ ਪਹਿਲਾਂ ਦੀ ਗੱਲ ਆ, ਸਾਲ ਕੁ ਪਹਿਲਾਂ ਦੀ ਗੱਲ ਆ, ਇੱਕ ਲੜਕੀ ਉਹਦੇ ਕੋਲ ਮੋਬਾਈਲ ਖੋਹਦਿਆਂ ਸਾਰ ਉਹਨੂੰ ਲੜਕੀ ਮੋਬਾਈਲ ਖੋਇਆ, ਲੜਕੀ ਆਟੋ ਤੋਂ ਥੱਲੇ ਡਿੱਗੀ, ਲੜਕੀ ਦੀ ਰਸਤੇ ਹਸਪੀਟਲ ਪਹੁੰਚਣ ਦੇ ਦੌਰਾਨ ਰਸਤੇ ਦੇ ਵਿੱਚ ਡੈਥ ਹੋ ਚੁੱਕੀ। ਉਹ ਕੇਸ ਮੈਂ ਹੈਂਡਲ ਕੀਤਾ, ਜਾਣੇ ਕਿ ਉਹ ਲੜਕੀ ਦੀ ਡੈਥ ਰਸਤੇ 'ਚ ਹੀ ਹੋ ਚੁੱਕੀ ਸੀ। ਇਹ ਸਭ ਇਹਨਾਂ ਦੀਆਂ ਸਰਕਾਰ ਦੀਆਂ ਨਾਕਾਮਯਾਬੀਆਂ। ਦੂਜੀ ਗੱਲ ਸੁਣੋ, ਮਸਲੇ ਬਹੁਤ ਆ। ਇੱਕ ਕੇਸ ਸੀ ਇਹਨਾਂ ਦਾ, ਉਹਦੀ ਮਿਸਿਜ ਮਰ ਗਈ, ਉਹਦੀ ਯੰਗ ਏਜ ਵੂਮਨ ਸੀ, ਉਹ ਮਰ ਗਈ। ਜਿਹੜੀ ਤੁਸੀਂ ਮਿਸਿਜ ਕੀਤੀ ਹੈ ਮੈਨੂੰ ਵੀ ਪਤਾ, ਮੈਨੂੰ ਵੀ ਬੜਾ, ਉਸ ਬੰਦੇ ਨੇ ਮੇਰੇ ਖਿਆਲ ਰੋਡ ਦੇ ਵਿੱਚ ਜਿਹੜੇ ਆ ਰੋਡ ਨਿਰਮਾਣ ਕਰਾਇਆ ਉਹ ਕੇਸ ਦੇ ਵਿੱਚ। ਵੇਖੋ ਜੀ, ਉਹਨਾਂ ਦੀ ਮਿਸਿਜ ਮਰ ਗਈ। ਈਵਨ ਕਿ ਰੋਡ ਟ੍ਰੈਫਿਕ ਕਾਰਨ ਜਿੰਨੇ ਐਕਸੀਡੈਂਟ ਹੁੰਦੇ ਆ ਉਹਦੇ 'ਚ ਸਾਰਾ ਕੁਝ ਉਹ ਜਾਣ ਗਈ। ਉਸ ਬੰਦੇ ਨੇ ਦੁਖੀ ਹੋ ਕੇ ਸਰਕਾਰ ਨੂੰ ਕੋਸਿਆ ਕਿ ਜੇ ਤੁਹਾਡੇ ਕੋਲ ਪੈਸੇ ਨਹੀਂ ਹੈਗੇ ਮੈਂ ਆਪਣੇ ਪੈਸੇ ਨਾਲ ਸੜਕ ਬਣਾਵਾਂਗਾ। ਉਸ ਬੰਦੇ ਨੇ ਸੜਕ ਦੇ ਵਿੱਚ ਜਿੰਨੇ ਟੋਏ ਪਏ ਸੀ ਆਪਣੇ ਖਰਚੇ ਨਾਲ ਭਰਵਾਏ। ਇਹ ਦੇ ਸਕਦੇ ਜਵਾਬ ਇਹਨਾਂ ਦਾ? ਇਹਨਾਂ ਪੇਪਰਾਂ ਦੇ ਵਿੱਚ ਭਾਈ ਰੋਡ ਵਾਲੀ ਸੜਕ ਇਹਨਾਂ ਪੇਪਰਾਂ ਦੇ 6 ਵਾਰੀ ਬਣਾ ਚੁੱਕੀ ਆ, ਪਰ ਲੋਕ ਇੱਕ ਵਾਰ ਵੀ ਨਹੀਂ ਪਈ। ਹੈ ਕੋਈ ਜਵਾਬ ਇਹਨਾਂ ਕੋਲ? ਕਿਹੜੇ ਵਿਕਾਸ ਦੀ ਗੱਲ ਕਰਦੇ ਆ ਯਾਰ? ਇਹ ਸਮਝ ਨਹੀਂ ਆਉਂਦੀ ਇਹਨਾਂ ਦੀ। ਇਹ ਮੁੱਦੇ ਤਾਂ ਬਹੁਤ ਆ, ਪਰ ਇਹ ਮੁੱਦੇ ਪਾਉਂਦੇ ਸਾਨੂੰ ਰਾਤ ਪੈ ਜਾਊਗੀ। ਇਹਨਾਂ ਦਾ ਵਿਕਾਸ ਵਾਲੀ ਗੱਲ ਜਿਹੜੀ ਆ, ਉਹ ਵਿਕਾਸ ਨੂੰ ਸਿਰਫ ਵਿਕਾਸ ਦੀਆਂ ਲੀਹਾਂ ਹੀ ਕਹਿ ਸਕਦੇ ਆ। ਇਹ ਸਿਰਫ ਤੇ ਸਿਰਫ ਹੋਰਡਿੰਗ ਲਾਉਣ ਜੋਗੇ ਆ, ਇਹ ਸਿਰਫ ਤੇ ਸਿਰਫ ਅਖਬਾਰਾਂ 'ਚ ਖਬਰਾਂ ਲਾਉਣ ਜੋਗੇ ਆ। ਹੋਰਡਿੰਗ ਦੀ ਗੱਲ ਕਰਾਂ, ਮੈਂ ਉਸ ਤੋਂ ਅੱਗੇ ਗੱਲ ਕਰਦਾ, ਅਕਾਲੀ ਦਲ ਦੀ ਗੱਲ ਕਰਦਾ। ਡਾਕਟਰ ਰਾਜ ਕੁਮਾਰ ਵੇਰਕਾ ਦੇ ਸਾਹਮਣੇ ਇੱਕ ਵਾਰ ਫਿਰ ਜਿਹੜੇ ਆ 10 ਸਾਲ ਬਾਅਦ ਡਾਕਟਰ ਦਲਬੀਰ ਸਿੰਘ ਵੇਰਕਾ ਆਏ ਆ। ਡਾਕਟਰ ਦਲਬੀਰ ਸਿੰਘ ਵੇਰਕਾ ਜਿਹੜੇ ਆ ਹਲਕਾ ਵੈਸਟ ਦੇ ਵਿੱਚ ਲਗਾਤਾਰ ਸਰਗਰਮ ਹੈਗੇ, ਅਕਾਲੀ ਦਲ ਦਾ ਵੋਟ ਬੈਂਕ ਦੇ ਵਿੱਚ ਮੀਟਿੰਗਾਂ ਕਰ ਰਹੇ ਲਗਾਤਾਰ, ਔਰ ਕਿਤੇ ਨਾ ਕਿਤੇ ਉਹ ਆਪਣੀ ਜਿਹੜੀ ਆ ਪਕੜ ਬਣਾ ਰਹੇ ਆ। ਵੇਖੋ ਜੀ, ਡਾਕਟਰ ਦਲਬੀਰ ਸਿੰਘ ਜੀ ਵੇਰਕਾ, ਉਹਨਾਂ ਪਹਿਲਾਂ ਵੀ ਕੁਛ ਨਹੀਂ ਕੀਤਾ, ਉਹ ਪਹਿਲੇ ਵੀ ਐਮਐਲਏ ਰਹੇ ਆ। ਹੁਣ ਦੀ ਗੱਲ ਕਰਦਾ, ਹੁਣ ਵੀ ਉਹ ਹੈਗੇ ਉਹ ਦੌੜ ਦੇ ਵਿੱਚ, ਐਮਐਲਏ ਦੀ ਦੌੜ ਦੇ ਵਿੱਚ ਆ, ਪਰ ਹੋਣਾ ਕੁਛ ਵੀ ਨਹੀਂ। ਕਿਉਂਕਿ ਭਾਵੇਂ ਬੀਐਸਪੀ ਨਾਲ ਸਮਝੌਤਾ ਕਰਕੇ ਬਣ ਜਾਣ, ਭਾਵੇਂ ਬੀਜੇਪੀ ਨਾਲ ਸਮਝੌਤਾ ਕਰਕੇ ਬਣ ਜਾਣ, ਸਰਕਾਰ ਇਹਨਾਂ ਦੀ ਨਕੰਮੀ ਹੋ ਰਹੀ ਆ। ਸਿਰਫ ਨਸ਼ੇ ਤੇ ਨਸ਼ੇ ਬੀਤੇ ਆ। ਪਹਿਲਾਂ ਤੇ ਸਭ ਤੋਂ ਪਹਿਲਾਂ ਕਿ ਮੈਂ ਅਪੀਲ ਕਰਦਾ ਆਪਣੇ ਵੈਸਟ ਦੇ ਤੇ ਪੰਜਾਬ ਦੇ ਵਸੀਕਾਂ ਨੂੰ ਕਿ ਜਿਹੜੇ ਬੰਦਿਆਂ ਨੇ ਬੇਅਦਬੀ ਕਰਾਈਆਂ ਉਹਨਾਂ ਨੂੰ ਮੂੰਹ ਨਾ ਲਾਇਓ, ਜਿਨ੍ਹਾਂ ਨੇ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਨਹੀਂ ਦਿੱਤੀਆਂ ਉਹਨਾਂ ਨੂੰ ਮੂੰਹ ਨਾ ਲਾਇਓ। ਸਿਰਫ ਤੇ ਸਿਰਫ ਤੁਸੀਂ ਇੱਕ ਸਵੱਛ ਜਿਹੜਾ ਛਵੀ ਸਾਫ ਛਵੀ ਵਾਲਾ ਕੈਂਡੀਡੇਟ ਆ ਉਹਨੂੰ ਵੋਟਾਂ ਪਾਇਓ। ਪਰ ਤਜਰਬੇ ਦੀ ਗੱਲ ਕਰਾਂ ਤਾਂ ਤਜਰਬਾ ਤਾਂ ਬਹੁਤ ਹੈਗਾ ਨਾ ਇਲੈਕਸ਼ਨ ਲੜਨ ਦਾ। ਇਲੈਕਸ਼ਨ ਲੜਨ ਦਾ ਘੱਟ ਤੇ ਠੱਗੀਆਂ ਮਾਰਨ ਦਾ ਜ਼ਿਆਦਾ ਤਜਰਬਾ ਇਹਨਾਂ ਦੇ ਕੋਲ। ਭ੍ਰਿਸ਼ਟਾਚਾਰ ਇਹਨਾਂ ਦੀ ਜੜ 'ਚ ਬੈਠਾ ਹੋਇਆ। ਸੋ ਜਨਤਾ ਇਹਨਾਂ ਦੇ ਸਾਰੇ ਡੇ ਆ ਉਹ ਪੋਤੜੇ ਆ, ਹੁਣ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਖੋਲ੍ਹੇਗੀ, ਇਹਨਾਂ ਕੋਲ ਜਵਾਬ ਮੰਗੇਗੀ ਕਿ ਜੋ ਪਿਛਲੇ 10 ਸਾਲਾਂ ਦੇ ਵਿੱਚ ਇਹਨਾਂ ਕੀਤਾ ਉਹਦਾ ਜਵਾਬ ਦਿਓ। ਵੋਟਾਂ ਬਾਰੇ ਤਾਂ ਬਾਅਦ 'ਚ ਕਹਿਣ ਆਇਓ। ਦੂਜੀ ਗੱਲ, ਮੈਂ ਹਲਕੇ ਦੇ ਵਿੱਚ ਪਿਛਲੇ 18 ਸਾਲਾਂ ਤੋਂ ਸੇਵਾ ਕਰ ਰਿਹਾ, ਐਜ਼ ਏ ਮੈਡੀਕਲ ਅਫਸਰ ਡਾਕਟਰ ਸੇਵਾ ਕਰ ਰਿਹਾ। ਮੈਂ ਚਾਹੁੰਦਾ ਕਿ ਮੇਰਾ ਕਤਰਾ ਵੀ ਖੂਨ ਦਾ ਲੱਗ ਜਾਵੇ, ਮੈਂ ਹਲਕੇ ਦੀ ਸੇਵਾ ਵਾਸਤੇ ਕੋਈ ਕਸਰ ਨਹੀਂ ਛੱਡੂੰਗਾ। ਡਾਕਟਰ ਸਾਹਿਬ, ਲੜਾਈ ਤੇ ਪਹਿਲਾਂ 3 ਡਾਕਟਰਾਂ ਦੀ ਸੀ ਤੇ 3 ਪਾਰਟੀਆਂ ਦੀ ਹੈ, ਤੇ ਲੇਕਿਨ ਹਲੇ ਤੇ ਇੱਕ ਚੌਥੀ ਪਾਰਟੀ ਪਈ ਹੈ। ਬੀਜੇਪੀ ਦੀ ਗੱਲ ਕਰਾਂ ਤੇ ਜਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਜਿਸ ਤਰ੍ਹਾਂ ਉਹਨਾਂ ਦਾ ਸਾਂਝ ਹੋ ਗਈ ਹੈ, ਜਿਹੜੇ ਰਾਜੀਵ ਭਗਤ ਆ ਉਹਨਾਂ ਦੇ ਹੋਰਡਿੰਗ ਦੇਖੇ ਜਾ ਰਹੇ ਆ। ਕਈ ਕੈਂਡੀਡੇਟ ਜਿਹੜੇ ਬੀਜੇਪੀ ਤੋਂ ਜੇ ਗੱਲ ਕਰਾਂ, ਸੰਜੀਵ ਕੁਮਾਰ, ਰਕੇਸ਼ ਗਿੱਲ, ਰਿੰਕੂ, ਹੋਰ ਕਈ ਕੈਂਡੀਡੇਟ ਉਹ ਲਗਾਤਾਰ ਜ਼ੋਰ ਅਜਮਾਇਸ਼ ਕਰ ਰਹੇ ਆ। ਵੋਟ ਬੈਂਕ ਜਿਹੜਾ ਉਹ ਵੰਡਿਆ ਜਾਣਾ ਹੈ। ਬੀਜੇਪੀ ਦੇ ਮੈਦਾਨ ਦੇ ਵਿੱਚ ਲਗਾਤਾਰ ਜਿਹੜੀ ਆਪਣੀ ਪਕੜ ਬਣਾ ਰਹੀ ਹੈ। ਕਿਸਾਨੀ ਕਾਨੂੰਨ ਰੱਦ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ੍ਹ ਦੀ ਇੱਕ ਰੈਲੀ ਦੇ ਵਿੱਚ ਕਰੋੜਾਂ ਦੇ ਜਿਹੜੇ ਪ੍ਰੋਜੈਕਟ ਹੈਗੇ ਆ ਉਹ ਐਲਾਨ ਕਰਨ ਦੇ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਬੀਜੇਪੀ ਦੇ ਹੀ ਆਪਣਾ ਜਿਹੜਾ ਅਸਰ ਉਹ ਹਲਕਾ ਵੈਸਟ ਦੇ ਵਿੱਚ ਦਿਖਾਏਗੀ। ਸਭ ਤੋਂ ਪਹਿਲਾਂ ਤੇ ਮੈਂ ਜਵਾਬ ਮੰਗਣਾ ਚਾਹਾਂਗਾ ਬੀਜੇਪੀ ਦੇ ਜਿਹੜੇ ਆ ਪ੍ਰਧਾਨ ਆ ਉਹਨਾਂ ਤੋਂ ਕਿ ਜੇ ਦਿੱਲੀ ਦੀਆਂ ਬਰੂਹਾਂ ਤੇ ਬਾਰਡਰਾਂ ਤੇ ਜਿੰਨੇ ਮੇਰੇ ਵੀਰ ਬੈਠੇ ਵੀ, ਮੈਂ ਵੀ ਇੱਕ ਕਿਸਾਨ ਦਾ ਪੁੱਤ ਹਾਂ, ਮੈਂ ਵੀ 3 ਵਾਰੀ ਮੋਰਚੇ 'ਚ ਜਾ ਕੇ ਆਇਆ। ਸਭ ਤੋਂ ਪਹਿਲਾਂ 750 ਜਿਹੜਾ ਕਿਸਾਨ ਆ ਉਹ ਸ਼ਹੀਦ ਹੋਇਆ, ਉੱਥੇ ਸ਼ਹਾਦਤ ਨੂੰ ਪ੍ਰਾਪਤ ਕਰ ਗਿਆ। ਇਹਨਾਂ ਕੋਲ ਤੇ ਉਹਦੀ ਲਿਸਟ ਹੀ ਨਹੀਂ ਹੈਗੀ। ਇਹਨੇ ਪਾਰਲੀਮੈਂਟ ਦੇ ਵਿੱਚ ਪ੍ਰਧਾਨ ਤੋਮਰ ਸਾਹਿਬ ਕਹਿੰਦੇ ਆ, ਇਹਨਾਂ ਦੇ ਖੇਤੀ ਮੰਤਰੀ ਕਹਿੰਦੇ ਕਿ ਜੀ ਮੁਆਵਜ਼ੇ ਦੀ ਗੱਲ ਤਾਂ ਕਰੀਏ ਜੇ ਸਾਡੇ ਕੋਲ ਕੋਈ ਲਿਸਟ ਹੋਵੇ।
ਈਵਨ ਕਿ ਜਿਹੜੀਆਂ ਕਿਸਾਨ ਸੰਘਰਸ਼ ਜਥੇਬੰਦੀਆਂ ਉਹਨਾਂ ਸਾਰਿਆਂ ਨੇ ਇਹਨਾਂ ਨੂੰ ਇੱਕ ਲਿਸਟ ਦਿੱਤੀ ਹੈ ਜਿਨ੍ਹਾਂ ਦੇ ਵਿੱਚ ਉਹਨਾਂ ਦੇ ਨਾਮ, ਐਡਰੈਸ ਤੇ ਮੋਬਾਈਲ ਨੰਬਰ ਸਾਰਾ ਕੁਝ ਉਹ ਪ੍ਰੋਵਾਈਡ ਕਰਾਇਆ। ਇਹ ਤਾਂ ਵੀ ਮੰਨਣ ਵਾਸਤੇ ਤਿਆਰ ਨਹੀਂ ਹੈਗੇ ਕਿ ਇਹਨਾਂ ਕਿਸਾਨ ਸ਼ਹੀਦ ਹੋਏ ਆ। ਉਹ ਇਹਨਾਂ ਕਾਤਲਾਂ ਨੂੰ ਵੋਟਾਂ ਨਾ ਪਾਇਓ, ਇਹਨਾਂ ਤੁਹਾਨੂੰ ਕੰਦਾਲਾ ਕੁਝ ਨਹੀਂ ਰਹਿਣ ਦੇਣਾ। ਪਰ ਨਵਾਂ ਪੰਜਾਬ ਭਾਜਪਾ ਦੇ ਨਾਲ ਨਾਰਾ ਹੈਗਾ ਬੀਜੇਪੀ ਦਾ, ਇਹ ਤਾਂ ਕਾਫੀ ਚਿਰ ਤੋਂ ਹੀ ਚੱਲਦਾ ਪਿਆ। ਉਹ ਤਾਂ ਕੈਪਟਨ ਨੇ ਵੀ ਕਿਹਾ ਸੀ ਵੀ ਕੈਪਟਨ ਨੇ ਸਹੁੰ ਚੱਕੀ ਤੇ ਹਰ ਘਰ ਵਿੱਚ ਨੌਕਰੀ ਪੱਕੀ। ਉਹ ਲੋਕਾਂ ਨੂੰ ਨੌਕਰੀਆਂ ਦਿੰਦਾ ਦਿੰਦਾ ਅੱਜ ਖੁਦ ਬੇਰੁਜ਼ਗਾਰ ਹੋ ਗਿਆ ਜੀ। ਕਿਹਦੀ ਗੱਲ ਕਰੋਗੇ ਤੁਸੀਂ? ਕਿਤੇ ਯਕੀਨ ਕਰੋਗੇ ਤੁਸੀਂ? ਪਰ ਕਿਸਾਨੀ ਕਾਨੂੰਨ ਰੱਦ ਕਰਨ ਤੋਂ ਬਾਅਦ ਬੀਜੇਪੀ ਦੀ ਪਕੜ ਹੈ। ਲਗਾਤਾਰ ਜਿਹੜੇ ਕਾਂਗਰਸ ਦੇ ਵੱਡੇ ਲੀਡਰ ਹੈਗੇ ਚਿਹਰੇ ਉਹ ਲਗਾਤਾਰ ਬੀਜੇਪੀ ਦੇ ਵਿੱਚ ਸ਼ਾਮਿਲ ਹੋ ਰਹੇ ਆ। ਕਈ ਅਕਾਲੀ ਦਲ ਦੀ ਕਰਾਂ ਉਹ ਸ਼ਾਮਿਲ ਹੋ ਰਹੇ। ਔਰ ਕਿਹਾ ਗਿਆ ਹੈ ਕਿ ਅਗਰ ਕੋਡ ਆਫ ਕੰਡਕਟ ਲੱਗਦਾ ਤੇ ਤਸਵੀਰ ਅਲੱਗ ਹੋਏਗੀ। ਬੀਜੇਪੀ ਵਾਲੇ ਤਾਂ ਕਿਸਾਨਾਂ ਨੂੰ ਕਿਸਾਨ ਅੰਨਦਾਤਾ ਮੰਨਦੇ ਹੀ ਨਹੀਂ। ਉਹ ਤਾਂ ਮਵਾਲੀ ਕਹਿ ਛੱਡਿਆ ਉਹਨਾਂ ਨੂੰ ਬੇਰੁਜ਼ਗਾਰ ਕਹਿ ਛੱਡਿਆ, ਉਹਨਾਂ ਨੂੰ ਵਿਹਲੇ ਕਹਿ ਛੱਡਿਆ, ਨਕੰਮੇ ਕਹਿ ਛੱਡਿਆ, ਉਹਨਾਂ ਨੂੰ ਅੱਤਵਾਦੀ ਕਹਿ ਛੱਡਿਆ। ਇਹਨਾਂ ਦੀ ਕਿਹੜੀ ਗੱਲ ਆ? ਜੋ ਮਰਜ਼ੀ ਬੋਲੀ ਜਾਣ। ਲੇਕਿਨ ਐਰਕਾਂ ਜੋ ਵੋਟਰ ਆ, ਜੋ ਧੱਕੇ ਖਾਦੇ ਆ, ਜੋ ਠੰਡੀਆਂ ਰਾਤਾਂ ਦੇ ਵਿੱਚ ਜਾ ਕੇ ਕੱਢੀਆਂ, ਜੋ ਗਰਮੀਆਂ ਝੱਲੀਆਂ ਆਪਣੇ ਸੀਰ ਦੇ ਵਿੱਚ, ਇਹਨਾਂ ਨੂੰ ਕਦੇ ਵੀ ਪੰਜਾਬ ਜਿਹੜਾ ਉਹ ਮੂੰਹ ਨਹੀਂ ਲਾਵੇਗਾ। ਬੀਜੇਪੀ ਨੂੰ ਕਦੇ ਵੀ ਪੰਜਾਬ ਦੇ ਵਿੱਚ ਕੋਈ ਆਧਾਰ ਨਹੀਂ ਹੈਗਾ, ਨਾ ਹੀ ਕੋਈ ਇਹਨਾਂ ਦਾ ਆਧਾਰ ਬਣਨਾ ਹੈ ਆਉਣ ਵਾਲੇ ਸਮੇਂ ਦੇ ਵਿੱਚ, ਕਿਉਂਕਿ ਇੱਕ ਕਾਤਲ ਪਾਰਟੀ ਹੈ। ਬਿਲਕੁਲ ਐਸਸੀ ਭਾਈਚਾਰੇ ਦੀ ਮੈਂ ਗੱਲ ਕਰਦਾ ਮੈਂ ਐਸਸੀ ਭਾਈਚਾਰੇ ਦੇ ਉੱਤੇ ਬੜੀ ਰਾਜਨੀਤੀ ਹੋਈ ਹੈ। ਹਲਕਾ ਜਿਹੜਾ ਵੈਸਟ ਹੈਗਾ ਉਹ ਸਾਰਾ ਐਸਸੀ ਜਿਹੜੀ ਹੈ ਟਿਕਟ ਦੇ ਵਿੱਚ ਹੈਗਾ ਵਾ। ਤੇ ਪੰਜਾਬ ਦੇ ਵਿੱਚ ਦਲਿਤ ਭਾਈਚਾਰੇ ਨਾਲ ਕਿਉਂ ਇੰਨੀ ਰਾਜਨੀਤੀ ਹੈ? ਵੇਖੋ, ਕੈਪਟਨ ਨੂੰ ਲਾ ਕੇ ਕੁਰਸੀ ਤੇ ਬਿਠਾ ਦਿੱਤਾ ਗਿਆ ਚਰਨਜੀਤ ਸਿੰਘ ਚੰਨੀ, ਦਲਿਤ ਸਮਾਜ ਨਾਲ ਸੰਬੰਧਿਤ। ਇਹ ਸਿਰਫ 2-3 ਮਹੀਨੇ ਵਾਸਤੇ ਮੁੱਖ ਮੰਤਰੀ ਬਣਾਉਣ ਨਾਲ ਦਲਿਤ ਸਮਾਜ ਦਾ ਭਲਾ ਨਹੀਂ ਹੋ ਸਕਦਾ। ਸਿਰਫ ਤੇ ਸਿਰਫ ਜਿਹੜੀ ਬੀਜੇਪੀ ਆ ਜਾਂ ਕਾਂਗਰਸ ਆ ਉਹ ਖਰੀਦੋ ਫਰੋਖਤ ਦੀ ਜਿਹੜੀ ਆ ਰਾਜਨੀਤੀ ਕਰ ਰਹੇ ਆ। ਲੋਕਾਂ ਦੇ ਮੁੱਦਿਆਂ ਵੱਲ, ਲੋਕਾਂ ਦੀਆਂ ਮੁਸ਼ਕਲਾਂ ਵੱਲ ਇਹਨਾਂ ਦਾ ਕੋਈ ਖਿਆਲ ਨਹੀਂ ਹੈਗਾ। ਸਿਰਫ ਤੇ ਸਿਰਫ ਆਪਣੀ ਕੁਰਸੀ ਬਚਾਉਣ ਦੀ ਖਾਤਰ ਕੈਪਟਨ ਨੂੰ ਲਾ ਕੇ ਸਿੱਧੂ ਸਾਹਿਬ ਕਹਿੰਦੇ ਕਿ ਮੈਨੂੰ ਪ੍ਰਧਾਨ ਬਣਾ ਦਿਓ। ਉਹ ਗੱਲ ਫਿਰ ਵੀ ਨਹੀਂ ਬਣੀ। ਸੋ ਚੰਨੀ ਵੀ ਉਹੀ ਕੈਪਟਨ ਜੋ ਕੈਪਟਨ ਨੇ ਗੁਟਕੇ ਦੀ ਸਹੁੰ ਖਾਧੀ, ਚੰਨੀ ਵੀ ਉਹੀ ਸੇਮ ਹੀ ਕਰੀ ਜਾ ਰਿਹਾ। ਸਿਰਫ ਤੇ ਸਿਰਫ ਐਲਾਨ ਕਰਦੇ ਆ, ਹੋਰ ਕੁਛ ਨਹੀਂ। ਇਹਨਾਂ ਨੂੰ ਮੁੱਖ ਮੰਤਰੀ ਘੱਟ ਤੇ ਐਲਾਨ ਮੰਤਰੀ ਜ਼ਿਆਦਾ ਕਹਿ ਰਿਹਾ ਕੇਜਰੀਵਾਲ ਸਾਹਿਬ। ਉਹ ਬਿਲਕੁਲ ਸੱਚ ਆ। ਬਿਲਕੁਲ ਡਾਕਟਰ ਸਾਹਿਬ। ਔਰ ਮੇਰੀ ਇੱਕ ਆਖਰੀ ਸਵਾਲ ਹੈ, ਚੋਣਾਂ ਦੇ ਉੱਤੇ ਕਿਤੇ ਕਰੋਨਾ ਦਾ ਜਿਹੜਾ ਖਤਰਾ ਉਹ ਨਾ ਮੰਡਰਾਵੇ। ਨਾਈਟ ਕਰਫਿਊ ਜਿਹੜਾ ਪੰਜਾਬ ਸਰਕਾਰ ਨੇ ਲਗਾਤਾ, ਐਜ਼ ਏ ਡਾਕਟਰ ਕੀ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੇ ਹੋ? ਇੰਟਰਵਿਊ ਤੇ ਰਾਜਨੀਤਿਕ ਦੇ ਤੌਰ ਤੇ ਹੋ ਚੁੱਕੀ, ਲੇਕਿਨ ਐਜ਼ ਏ ਕਰੋਨਾ ਨੂੰ ਲੈ ਕੇ ਕਿਸ ਤਰ੍ਹਾਂ ਦਾ ਲੋਕਾਂ ਨੂੰ ਸੰਦੇਸ਼ ਦੇਣਾ ਚਾਹੁੰਦੇ ਹੋ? ਮੈਂ ਪਿਛਲੇ ਕਰੋਨਾ ਕਾਲ ਦੇ ਵਿੱਚ ਬਿਨਾਂ ਕਿਸੇ ਝਿਜਕ ਤੋਂ, ਬਿਨਾਂ ਕਿਸੇ ਛੁੱਟੀ ਤੋਂ ਇਸ ਹਲਕੇ ਦੀ ਸੇਵਾ ਤਤਪਰ ਕੀਤੀ ਆ। ਇਹਦਾ ਰਿਕਾਰਡ ਜਨਤਾ ਦੇਵੇਗੀ, ਮੈਂ ਨਹੀਂ ਦਿੰਦਾ। ਲੇਕਿਨ ਮੈਂ ਇੱਕ ਗੱਲ ਕਰਦਾ, ਵਿਸ਼ਵਾਸ ਦਿਵਾਉਣਾ ਹੈ ਕਿ ਜੋ ਪ੍ਰੀਕਾਸ਼ਨ ਆ ਸਾਨੂੰ ਕਰੋਨਾ ਵਾਸਤੇ, ਜੋ ਸਰਕਾਰ ਵੱਲੋਂ, WHO ਵੱਲੋਂ ਜੋ ਸਾਨੂੰ ਗਾਈਡਲਾਈਨਸ ਦਿੱਤੀਆਂ ਜਾਂਦੀਆਂ, ਅਸੀਂ ਉਹਨਾਂ ਨੂੰ ਉਧਾਰ ਬਣਾ ਕੇ ਆਪਣੀ ਸੈਲਫ ਪ੍ਰੋਟੈਕਸ਼ਨ ਕਰ ਸਕਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਸਰਕਾਰ ਵੀ ਇਸ ਮੁੱਦਿਆਂ ਦੇ ਉੱਤੇ ਜਿਹੜੇ ਲੋਕਾਂ ਨੂੰ ਅਵੇਅਰ ਕਰੇ। ਲੇਕਿਨ ਜੇ ਸਰਕਾਰ ਨਹੀਂ ਕਰਦੀ ਤਾਂ ਸਾਨੂੰ ਆਪ ਹੀ ਅਵੇਅਰ ਹੋਣਾ ਪੈਣਾ, ਕਿਉਂਕਿ ਜੇ ਸਰਕਾਰ ਨੇ ਪਿਛਲੇ 10 ਸਾਲਾਂ 'ਚ ਕੁਛ ਨਹੀਂ ਕੀਤਾ ਤੇ ਹੁਣ ਵੀ ਕੁਛ ਨਹੀਂ ਕਰੇਗੀ। ਸਾਨੂੰ ਆਪਣੀ ਰਿਸਪੌਂਸਿਬਿਲਟੀ, ਆਪਣੇ ਪਰਿਵਾਰ ਦੀ ਰਿਸਪੌਂਸਿਬਿਲਟੀ ਖੁਦ ਚੁੱਕਣੀ ਪੈਣੀ ਹੈ। ਪਰ ਰਾਜਨੀਤੀ ਜ਼ਿਆਦਾ ਜ਼ਰੂਰੀ ਹੈ ਕਿ ਲੋਕਾਂ ਦੀ ਸੇਫਟੀ? ਲੋਕਾਂ ਦੀ ਸੇਫਟੀ ਜ਼ਿਆਦਾ ਜ਼ਰੂਰੀ ਹੈ। ਸੋ ਇਹ ਸਨ ਡਾਕਟਰ ਜਸਵੀਰ ਸਿੰਘ ਸੰਧੂ, ਜਿਹੜੇ ਕਿ ਆਮ ਆਦਮੀ ਪਾਰਟੀ ਦੇ ਹਲਕਾ ਵੈਸਟ ਤੋਂ ਜਿਹੜੇ ਉਮੀਦਵਾਰ ਨੇ ਔਰ ਲਗਾਤਾਰ ਚੁਣਾਵੀ ਅਖਾੜੇ ਦੇ ਵਿੱਚ ਉਤਰ ਚੁੱਕੇ ਆ। ਪਰ ਤਿੱਖਾ ਪ੍ਰਹਾਰ ਜਿਹੜੀ ਹੈ ਵਿਰੋਧੀ ਪਾਰਟੀਆਂ ਨੂੰ ਕੀਤਾ ਹੈ। ਡਾਕਟਰ ਰਾਜ ਕੁਮਾਰ ਦੀ ਗੱਲ ਕੀਤੀ ਹੈ ਕਿ ਜਿਹੜੇ ਕਿ ਲਾਲ ਬੱਤੀਆਂ ਦੀ ਗੱਡੀਆਂ ਦੀ ਸੈਰਾ ਕੀਤੀ ਹੈ। ਹਲਕੇ ਦੇ ਵਿੱਚ ਵਿਕਾਸ ਨਾ ਦੀ ਕੋਈ ਨਹੀਂ ਹੁੰਦੇ। ਆਪਣੇ ਜਿਹੜੇ ਕਾਉਂਸਲਰ ਹੈਗੇ ਉਹ ਬਾਗੀ ਹੋਏ ਆ। ਉਸ ਦੇ ਨਾਲ ਅਕਾਲੀ ਦਲ ਦੀ ਗੱਲ ਕੀਤੀ ਹੈ। ਅਕਾਲੀ ਦਲ ਦਾ ਵਿਜ਼ਨ ਕੁਝ ਵੀ ਨਹੀਂ ਹੈ, ਲੋਕ ਨਕਾਰ ਚੁੱਕੇ ਹੈ। ਬੀਜੇਪੀ ਜਿਹੜੀ ਖੇਤੀ ਕਾਨੂੰਨ ਰੱਦ ਜਿਹੜੀ ਉਹਨਾਂ ਨੇ ਕੀਤੀ ਹੈ, ਲੇਕਿਨ ਬੀਜੇਪੀ ਆਪਣੀ ਹੋਂਦ ਦੀ ਗੱਲ ਕਰਦੀ ਹੈ, ਲੇਕਿਨ ਉਹਨਾਂ ਦਾ ਆਧਾਰ ਜ਼ਮੀਨੀ ਆਧਾਰ ਕੋਈ ਨਹੀਂ ਹੈ। ਔਰ ਕਈ ਜਿਹੜੇ ਰਾਜਨੀਤਿਕ ਜਿਹੜੇ ਹਲਕਾ ਵੈਸਟ ਦੇ ਮੁੱਦੇ ਹੈਗੇ ਆ, ਕਿਸ ਤਰ੍ਹਾਂ ਸੇਵਾ ਕਰਨ ਦਾ ਉਹਨਾਂ ਦੇ ਵਿੱਚ ਜਜ਼ਬਾ ਆਇਆ। ਅਰਵਿੰਦ ਕੇਜਰੀਵਾਲ ਨੂੰ ਆਈਡੀਅਲ ਮੰਨਦੇ ਆ, ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਆਈਡੀਅਲ ਮੰਨਦੇ ਆ, ਔਰ ਡਾਕਟਰ ਹੋਣ ਦੇ ਨਾਤੇ ਜਿੱਥੇ ਲੋਕਾਂ ਦੀ ਸੇਵਾ ਕਰ ਰਹੇ, ਲੇਕਿਨ ਇੱਕ ਜੋ ਰਾਜਨੀਤਿਕ ਪਾਰਟੀ ਦੇ ਵਿੱਚ ਹੋ ਕੇ ਲੋਕਾਂ ਦੀ ਸੇਵਾ ਕੀਤੀ ਜਾ ਸਕਦੀ ਹੈ, ਉਸ ਦੇ ਲਈ ਉਹਨਾਂ ਨੂੰ ਰਾਜਨੀਤਿਕ ਦੇ ਜਿਹੜੇ ਚੁਣਾਵੀ ਅਖਾੜੇ ਦੇ ਵਿੱਚ ਉਤਰਨਾ ਪਿਆ। ਹੋਰ ਕਈ ਗੱਲਾਂ ਉਹਨਾਂ ਨੇ ਕੀਤੀਆਂ ਵਾ। ਡਾਕਟਰ ਜਸਵੀਰ ਸਿੰਘ ਸੰਧੂ ਜਿਹੜੇ ਕਿ ਅੰਮ੍ਰਿਤਸਰ ਦੇ ਵਿੱਚ ਹਲਕਾ ਵੈਸਟ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੈਗੇ ਨੇ, ਔਰ ਲਗਾਤਾਰ ਆਪਣੀ ਜਿਹੜੀ ਉਮੀਦਵਾਰੀ ਨੂੰ ਹੋਰ ਜਿਹੜਾ ਤੇਜ਼ੀ ਨਾਲ ਜਿਹੜਾ ਲਗਾਤਾਰ ਚੁਣਾਵੀ ਅਖਾੜੇ ਦੇ ਵਿੱਚ ਵੱਖ-ਵੱਖ ਡੋਰ ਟੂ ਡੋਰ ਮੀਟਿੰਗਾਂ, ਰੈਲੀਆਂ, ਨੁੱਕੜ ਮੀਟਿੰਗਾਂ ਉਹ ਲਗਾਤਾਰ ਜਿਹੜੀ ਉਹ ਜਾਰੀ ਰੱਖਦੇ ਪਏ ਆ।